ਵਿਊਅਰਸ ਔਨ ਮਾਈ YouTube ਚੈਨਲ। ਅੱਜ ਸਾਡਾ ਜਿਹੜਾ ਵਾ ਇਹ ਸੈਕਿੰਡ ਪਾਰਟ ਬਣ ਰਿਹਾ ਵਾ ਰਿਵੀਜ਼ਨ ਨੋਟ ਰਿਲੇਟਡ ਟੂ ਦੀਆਂ ਕਲਾਸ 8th ਲੈਸਨ ਨੰਬਰ ਫਸਟ ਰਿਸੋਰਸ ਟਾਈਪਸ ਐਂਡ ਕੰਜ਼ਰਵੇਸ਼ਨ। ਇਸ ਪਾਰਟ ਦਾ ਜਿਹੜਾ ਪਹਿਲਾ ਪਾਰਟ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਕੁਝ ਕੁ ਟਾਸਕ ਦਿੱਤੀਆਂ ਸੀਗੀਆਂ ਵੀ ਤੁਸੀਂ ਇਹਨਾਂ ਨੂੰ ਦੱਸਣਾ ਵਾ। ਕੁਝ ਕੁ ਆਨਸਰ ਮੈਂ ਦੱਸੇ ਸੀ, ਕੁਝ ਕੁ ਆਨਸਰ ਨਹੀਂ ਦੱਸੇ ਸੀਗੇ। ਅੱਜ ਉਸ ਆਨਸਰ ਦੇ ਬਾਰੇ ਦੱਸੂਗਾ ਅਤੇ ਐਜ਼ ਕੰਪੇਅਰ ਜਿਹੜਾ ਮੈਂ ਪ੍ਰੋਮਿਸ ਕੀਤਾ ਸੀ ਵੀ ਜਿਹੜਾ ਬੱਚਾ ਮੈਨੂੰ ਫਸਟ ਦੇ ਵਿੱਚ ਆਨਸਰ ਜਿਹੜਾ ਦੱਸੇਗਾ ਜਾਂ ਕਮੈਂਟ ਕਰੇਗਾ ਉਹਦਾ ਨਾਮ ਵੀ ਮੈਂ ਇੱਥੇ ਮੈਂਸ਼ਨ ਕਰੂੰਗਾ। ਉਸ ਬੱਚੇ ਦਾ ਨਾਮ ਹੈ ਹਰਮਨਪ੍ਰੀਤ ਕੌਰ ਵੀ ਜਿਨ੍ਹਾਂ ਨੇ ਇਸ ਜਿਹੜੇ ਪਹਿਲੀ ਪਾਰਟ ਦੀ ਰਿਵੀਜ਼ਨ ਟੈਸਟ ਸੀਗਾ ਉਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਅਤੇ ਜ਼ਿਆਦਾਤਰ ਆਨਸਰ ਜਿਹੜੇ ਨੇ ਉਹ ਰਾਈਟ ਨੇ। ਮੈਂ ਕਿਸੇ ਕਾਰਨ ਕਰਕੇ ਉਹਨਾਂ ਦੇ ਆਨਸਰ ਸ਼ੋਅ ਨਹੀਂ ਕਰ ਸਕਿਆ। ਨੈਕਸਟ ਵੀਡੀਓ ਦੇ ਵਿੱਚ ਜਿਹੜਾ ਬੱਚਾ ਪਾਰਟੀਸਪੇਟ ਕਰੇਗਾ ਉਹਨਾਂ ਦੇ ਆਨਸਰ ਜ਼ਰੂਰ ਸ਼ੋਅ ਕਰੂੰਗਾ। ਦੇਖੋ ਜੀ, ਹੁਣ ਇਹਦੇ ਆਨਸਰ ਦੇਖਦੇ ਹਾਂ। ਫਸਟ ਸੀਗਾ ਵਿਚ ਆਰ ਦੀ ਆ ਬਾਇਓਟਿਕ ਰਿਸੋਰਸ। ਹੁਣ ਮੈਂ ਤੁਹਾਨੂੰ ਦੱਸਿਆ ਸੀ ਬਾਇਓਟਿਕ ਰਿਸੋਰਸ ਕਿਹੜੇ ਹੁੰਦੇ ਆ, ਉਹ ਚੀਜ਼ਾਂ ਜਿਹੜੀਆਂ ਕਿ ਲਿਵਿੰਗ ਥਿੰਗਸ ਹੁੰਦੀਆਂ ਨੇ, ਜਾਣੀ ਕਿ ਜਿਨ੍ਹਾਂ ਵਿੱਚ ਜਾਨ ਹੁੰਦੀ ਆ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਬਾਇਓਟਿਕ ਰਿਸੋਰਸ ਕਹਿੰਦੇ ਹਾਂ। ਤਾਂ ਉਹਦੇ ਵਿੱਚ ਰੌਕਸ ਨਹੀਂ ਹੋ ਸਕਦੀਆਂ, ਮਿਨਰਲਸ ਨਹੀਂ ਹੋ ਸਕਦੇ, ਹਿਲਸ ਨਹੀਂ ਹੋ ਸਕਦੇ, ਕਿਉਂਕਿ ਇਹ ਕੀ ਨੇ, ਨੋਨ ਲਿਵਿੰਗ ਥਿੰਗਸ ਨੇ। ਅਤੇ ਲਿਵਿੰਗ ਥਿੰਗਸ ਕਿਹੜੀ ਆ, ਜਸਟ ਪਲਾਂਟਸ। ਤੋਂ ਇਹਦਾ ਆਨਸਰ ਕੀ ਸੀਗਾ, ਪਲਾਂਟਸ ਸੀਗਾ। ਉਹ ਬੱਚੇ ਨੇ ਵਧੀਆ ਆਨਸਰ ਦਿੱਤਾ ਵਾ। ਨੈਕਸਟ ਕੁਐਸਚਨ ਦੇਖੋ ਕੀ ਆ, ਫॉर ਦੀ ਬੇਸਿਸ ਆਫ ਦੀ ਕਲਾਸੀਫਿਕੇਸ਼ਨ ਆਫ ਦੀ ਰਿਸੋਰਸ ਨੂੰ ਕਿਸ ਤਰੀਕੇ ਨਾਲ ਅਸੀਂ ਕਲਾਸੀਫਾਈ ਕਰ ਸਕਦੇ ਹਾਂ। ਦੇਖੋ, ਅਸੀਂ ਰਿਸੋਰਸਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ ਉਹਨਾਂ ਦੀ ਲਾਈਫ ਦੇ ਅਕੋਰਡਿੰਗ ਵੀ ਕਿੰਨੀ ਕੁ ਲਾਈਫ ਉਹਨਾਂ ਦੀ ਚੱਲੇਗੀ, ਅਚੀਵਮੈਂਟ ਉਹ ਕੀ ਕਰ ਸਕਦੇ ਨੇ, ਯੂਜ਼ ਉਹ ਕਿਸ ਚੀਜ਼ ਲਈ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਹੀ ਅਸੀਂ ਸਾਰੇ ਰਿਸੋਰਸਾਂ ਨੂੰ ਕੀ ਕਰ ਸਕਦੇ ਹਾਂ, ਕਲਾਸੀਫਾਈਡ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਵਿਚ ਇਜ਼ ਨਾਟ ਆ ਟਰਮਸ ਆਫ ਦੀ ਹਿਊਮਨ ਰਿਸੋਰਸ। ਇਹਨਾਂ ਵਿੱਚੋਂ ਕਿਹੜਾ ਹਿਊਮਨ ਰਿਸੋਰਸ ਦਾ ਟਰਮਸ ਨਹੀਂ ਹੈਗੀ। ਦੇਖੋ, ਇੱਕ ਬੰਦੇ ਦੇ ਕੋਲ ਨੌਲੇਜ ਵੀ ਹੁੰਦੀ ਹੈ, ਐਫੀਸ਼ੀਐਂਸੀ ਵੀ ਹੁੰਦੀ ਹੈ, ਇੰਟੈਲੀਜੈਂਸੀ ਵੀ ਹੁੰਦੀ ਆ, ਬਟ ਟਰਾਂਸਪੇਰੈਂਸੀ ਨਹੀਂ ਹੁੰਦੀ, ਪਾਰਦਰਸ਼ਤਾ ਨਹੀਂ ਹੁੰਦੀ। ਬਾਕੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਉਸ ਤੋਂ ਬਾਅਦ ਦੇਖੋ ਕੀ ਆ, ਵਿਚ ਆਫ ਦੀ ਫੋਲੋਇੰਗ ਇਜ਼ ਯੂਨੀਵੋਟਿਕਸ ਰਿਸੋਰਸਿਸ। ਕਿਹੜੇ ਨੇ ਇਹਦੇ ਵਿੱਚ ਹੈਗਾ ਵਾ ਏਅਰ ਐਂਡ ਵਾਟਰ। ਬਾਕੀ ਸਾਰੇ ਜਿਹੜੇ ਨੇ ਅਕਵਾਟਿਕ ਰਿਸੋਰਸਿਸ ਨੇ। ਜਿਹੜੇ ਬਾਇਓਟਿਕ ਦੇ ਜਿਹੜੇ ਰਿਸੋਰਸ ਸੀਗੇ, ਇੱਥੇ ਸਪੈਲ ਮਿਸਟੇਕ ਹੋ ਗਿਆ, ਇੱਥੇ ਬਾਇਓਟਿਕ ਰਿਸੋਰਸ ਆਉਣਾ ਸੀ ਅਤੇ ਬਾਇਓਸਟਿਕ ਰਿਸੋਰਸ ਕਿਹੜੇ ਨੇ, ਵਾਟਰ ਐਂਡ ਏਅਰ। ਉਸ ਤੋਂ ਬਾਅਦ ਦੇਖੋ ਕੀ ਆ, ਨੈਕਰ ਕੋਲਨ ਇਜ਼ ਦਾ ਫੇਮਸ ਫॉर। ਕਿਸ ਚੀਜ਼ ਦੇ ਲਈ ਫੇਮਸ ਆ ਉਹ, ਵਿੰਡਸ ਮਿਲ ਦੇ ਲਈ ਫੇਮਸ ਆ, ਯਾਨੀ ਕਿ ਹਵਾਵਾਂ ਦੇ ਲਈ ਬਹੁਤ ਜ਼ਿਆਦਾ ਫੇਮਸ ਮੰਨੀ ਜਾਂਦੀ ਆ ਉਹ ਚੀਜ਼। ਉਸ ਤੋਂ ਬਾਅਦ ਦੇਖੋ ਕੀ ਆ, ਫਿਲਿੰਗ ਦੀਆਂ ਬਲੈਂਕਸ ਆਈਆਂ ਸੀਗੀਆਂ। ਡੈਸ਼ ਇਜ਼ ਰਿਸੋਰਸਿਸ ਡਰਾਈਵ ਫਰੋਮ ਟੂ ਦੀਆਂ ਲਿਵਿੰਗ ਥਿੰਗਸ। ਮੈਂ ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਜਦੋਂ ਮੈਂ ਲਾਸਟ ਵੀਡੀਓ ਬਣਾਈ ਸੀ ਮੈਂ ਉਹਦੇ ਵਿੱਚ ਵੀ ਦੱਸਿਆ ਸੀ ਵੀ ਇਹ ਕੀ ਆ, ਉਹ ਰਿਸੋਰਸ ਜਿਹੜੇ ਕਿ ਲਿਵਿੰਗ ਆਰਗੈਨਿਜ਼ਮ ਹੁੰਦੇ ਆ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ, ਬਾਇਓਟਿਕ ਰਿਸੋਰਸਿਸ ਕਿਹਾ ਜਾਂਦਾ ਵਾ। ਦੇਖੋ ਉਸ ਤੋਂ ਬਾਅਦ ਕੀ ਆ, ਲੋਕਲਾਈਜ਼ਡ ਟੂ ਦੀ ਰਿਸੋਰਸ ਆਰ ਫਾਊਂਡਡ ਓਨਲੀ ਇਨ ਡੈਸ਼ ਪਲੇਸ। ਕਿਹੜੀ ਪਲੇਸ ਦੇ ਉੱਤੇ ਜਿਹੜੇ ਨੇ ਲੋਕਲਾਈਜ਼ਡ ਰਿਸੋਰਸ ਮਿਲ ਸਕਦੇ ਆ, ਸਰਟਨ ਪਲੇਸ ਦੇ ਉੱਤੇ, ਸਿਰਫ ਇੱਕ ਨਿਸ਼ਚਿਤ ਪਲੇਸ ਦੇ ਉੱਤੇ ਹੀ ਸਾਨੂੰ ਲੋਕਲ ਏਰੀਆ ਦੇ ਰਿਸੋਰਸਿਸ ਮਿਲ ਸਕਦੇ ਆ। ਉਸ ਤੋਂ ਬਾਅਦ ਹੈ ਐਗਜ਼ਾਮਪਲ ਆਫ ਹਿਊਮਨ ਰਿਸੋਰਸਿਸ, ਵੀ ਜਿਹੜੇ ਮਨੁੱਖੀ ਜਿਹੜੇ ਰਿਸੋਰਸ ਹੁੰਦੇ ਆ ਉਹ ਕਿਹੜੇ ਹੁੰਦੇ ਆ, ਪਿਊਪਲਸ। ਜਿਹੜੇ ਅਸੀਂ ਲੋਕ ਆ ਉਹ ਸਾਰੇ ਕੀ ਨੇ, ਪਿਊਪਲ ਰਿਸੋਰਸਿਸ ਨੇ। ਉਸ ਤੋਂ ਬਾਅਦ ਹੈ ਐਨੀਥਿੰਗ ਦੈਟ ਸਰਟੀਫਾਈ ਦੀਆਂ ਹਿਊਮਨ ਨੀਡਸ ਇਜ਼ ਕਾਲਡ। ਵੀ ਜਿਹੜੀਆਂ ਚੀਜ਼ਾਂ ਬੰਦੇ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਨੇ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਰਿਸੋਰਸਿਸ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਨਾਨ ਲਿਵਿੰਗ ਰਿਸੋਰਸਿਸ ਆਰ ਕਾਲਡ ਡੈਸ਼ ਰਿਸੋਰਸ। ਜਿਹੜੇ ਨਾਨ ਲਿਵਿੰਗ ਰਿਸੋਰਸ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਐਬੋਟਿਕ ਰਿਸੋਰਸਿਸ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਟਰੂ ਫਾਲਸ, ਸੋਲਰ ਐਂਡ ਵਿੰਡਸ ਐਨਰਜੀ ਇਜ਼ ਅ ਐਗਜ਼ਾਮਪਲ ਆਫ ਦੀਆਂ ਨਾਨ ਰੀਨਿਊਬਲ ਰਿਸੋਰਸਿਸ। ਵੀ ਜਿਨ੍ਹਾਂ ਨੂੰ ਦੁਬਾਰਾ ਵਰਤਿਆ ਜਾ ਸਕਦਾ ਜਾਂ ਦੁਬਾਰਾ ਬਣਾਇਆ ਜਾ ਸਕਦਾ, ਉਹ ਰਿਸੋਰਸ ਕਿਹੜੇ ਨੇ, ਸੋਲਰ ਅਤੇ ਵਿੰਡਸ। ਇਹਨਾਂ ਨੂੰ ਇਹ ਕੀ ਆ, ਰਾਈਟ ਆਨਸਰ ਆ। ਤਾਂ ਕਰਕੇ ਇਸ ਦਾ ਆਨਸਰ ਕੀ ਬਣੇਗਾ, ਟਰੂ, ਕਿਉਂਕਿ ਅਸੀਂ ਏਅਰ ਅਤੇ ਸੋਲਰ ਨੂੰ ਦੁਬਾਰਾ ਵੀ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਇਨਵਾਇਰਮੈਂਟ ਮੀਨਸ ਸੈਟ ਆਫ ਟੂ ਦੀਆਂ ਸਰਾਊਂਡਿੰਗ। ਇਨਵਾਇਰਮੈਂਟ ਕੀ ਹੁੰਦਾ, ਜਿਹੜਾ ਸਾਡੇ ਆਲੇ ਦੁਆਲੇ ਇੱਕ ਏਰੀਆ ਜਾਂ ਘੇਰਾ ਬਣਿਆ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਇਨਵਾਇਰਮੈਂਟ ਕਹਿ ਦਿੰਦੇ ਹਾਂ। ਤਾਂ ਇਹ ਵੀ ਕੀ ਆ, ਰਾਈਟ ਆਨਸਰ ਆ। ਉਸ ਤੋਂ ਬਾਅਦ ਕੀ ਆ, ਦੀਆਂ ਰਿਸੋਰਸ ਆਰ ਜਨਰਲੀ ਕਲਾਸੀਫਾਈਡ ਇਨਟੂ ਦੀਆਂ 2 ਟਾਈਪਸ। ਵੀ ਜਿਹੜੇ ਰਿਸੋਰਸ ਹੁੰਦੇ ਆ ਜਨਰਲੀ 2 ਟਾਈਪਸ ਦੇ ਵਿੱਚ ਬਣੇ ਹੁੰਦੇ ਆ। ਇਹ ਕਿੰਨੇ ਟਾਈਪਸ ਦੇ ਹੁੰਦੇ ਆ, 3 ਟਾਈਪਸ ਦੇ ਹੁੰਦੇ ਆ, ਜਿਹੜੇ ਕਿ ਅੱਗੇ ਹੁਣ ਜਿਹੜੇ ਸ਼ਾਰਟ ਕੁਐਸਚਨ ਆਨਸਰ, ਵੈਰੀ ਸ਼ਾਰਟ ਕੁਐਸਚਨ ਆਨਸਰ ਜਿਹੜੇ ਕਿ ਚੈਪਟਰ ਬੇਸਡ ਨੇ, ਜਿਹੜੇ ਮੈਂ ਲੈ ਕੇ ਆਇਆ ਉਹਦੇ ਵਿੱਚ ਤੁਹਾਨੂੰ ਦਿਖਾਊਂਗਾ ਵੀ ਕਿੰਨੇ ਤਰ੍ਹਾਂ ਦੇ ਰਿਸੋਰਸਿਸ ਹੁੰਦੇ ਆ। ਉਸ ਤੋਂ ਬਾਅਦ ਹੈ ਲੈਂਡਸ ਡਿਪੈਂਡ ਅਪੋਨ ਟੂ ਦੀਆਂ ਰਿਲੀਫ ਸਲੋਪ ਐਂਡ ਸੋਲ ਇਜ਼ ਆ ਟਰੂ। ਵੀ ਜਿਹੜੀ ਲੈਂਡ ਆ ਉਹ ਕੀ ਆ, ਰਿਲੀਫ, ਜਾਣੀ ਕਿ ਇੱਕ ਧਰਾਤਲ, ਜਾਂ ਤੁਸੀਂ ਕਹਿ ਦਿਓ ਵੀ ਇੱਕ ਏਰੀਆ ਦੇ ਅਕੋਰਡਿੰਗ ਮਿਲ ਜਾਂਦੀ ਆ, ਸਲੋਪ ਦੇ ਅਕੋਰਡਿੰਗ ਅਤੇ ਮਿੱਟੀ ਦੇ ਅਕੋਰਡਿੰਗ ਜਿਹੜੀ ਇੱਕ ਲੈਂਡ ਆ ਉਹ ਡਿਪੈਂਡ ਕਰਦੀ ਆ ਯੂਜ਼ ਦੇ ਲਈ। ਉਸ ਤੋਂ ਬਾਅਦ ਹੈ ਕੋਲ ਐਂਡ ਪੈਟਰੋਲੀਅਮ ਆਰ ਨਾਟ ਟੂ ਬੀ ਐਬੋਟਿਕ ਰਿਸੋਰਸਿਸ। ਇਹ ਕੀ ਨੇ, ਵੀ ਜਿਹੜੇ ਕੋਲਾ ਅਤੇ ਪੈਟਰੋਲੀਅਮ ਆ ਉਹ ਐਬੋਟਿਕ ਰਿਸੋਰਸ ਨਹੀਂ ਹੈਗੇ, ਲਿਵਿੰਗ ਆਰਗੈਨਿਜ਼ਮ ਨਹੀਂ ਹੈਗੇ। ਤਾਂ ਇਹ ਕੀ ਆ, ਫਾਲਸ ਹੈ। ਉਸ ਤੋਂ ਬਾਅਦ ਹੈ ਸਾਡੇ ਕੋਲ ਜਿਹੜਾ ਅੱਜ ਦਾ ਸੈਸ਼ਨ ਆ ਉਹ ਬੇਸਡ ਹੈਗਾ ਵਾ ਵੈਰੀ ਸ਼ਾਰਟ ਕੁਐਸਚਨ ਆਨਸਰਸ ਦੇ ਲਈ, ਜਿਹੜੇ ਕਿ ਵੈਰੀ ਇੰਪੋਰਟੈਂਟ ਨੇ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਇਹ ਪੂਰੇ ਚੈਪਟਰ ਦੇ ਵਿੱਚੋਂ ਕੱਢ ਕੇ ਮੈਂ ਕੁਐਸਚਨ ਬਣਾਏ ਨੇ ਅਤੇ ਇਹਨਾਂ ਨੂੰ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੀਤਾ। ਤਾਂ ਤੁਸੀਂ ਇਹਨੂੰ ਵੀ ਯਾਦ ਰੱਖਣੇ ਆ, ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ। ਦੇਖੋ ਫਸਟ ਕੁਐਸਚਨ ਕੀ ਆ, ਹਾਊ ਡਜ਼ ਦੀ ਸਮਥਿੰਗ ਇਜ਼ ਬਿਕਮਸ ਅ ਰਿਸੋਰਸ। ਕਿਸ ਤਰੀਕੇ ਨਾਲ ਇੱਕ ਚੀਜ਼ ਜਿਹੜੀ ਆ ਉਹ ਰਿਸੋਰਸ ਬਣ ਸਕਦੀ ਹੈ, ਸਾਧਨ ਬਣ ਸਕਦੀ ਹੈ। ਦੈਟ ਥਿੰਗ ਵਿਚ ਇਜ਼ ਦਾ ਵੈਲਿਊ ਐਂਡ ਯੂਟਿਲਿਟੀ ਬਿਕਮਸ ਅ ਰਿਸੋਰਸ। ਵੀ ਜਿਹੜੀ ਚੀਜ਼ ਦੀ ਕੋਈ ਨਾ ਕੋਈ ਕੀਮਤ ਹੋਊ ਜਾਂ ਮੁੱਲ ਹੋਊ, ਜਾਂ ਉਹਦੀ ਕੀ ਆ, ਜ਼ਰੂਰਤਾਂ ਹੋਣਗੀਆਂ,
ਤਾਂ ਇੱਕ ਰਿਸੋਰਸ ਬਣ ਸਕਦੀ ਆ। ਵਾਈ ਇਜ਼ ਦੀ ਮਾਡਰਨ ਮੈਨ ਇਜ਼ ਡਿਪੈਂਡੈਂਟ ਔਨ ਦੀਅਰ ਰਿਸੋਰਸ, ਕਿਉਂ ਬੰਦਾ ਜਿਹੜਾ ਵਾ ਉਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਰਿਸੋਰਸਾਂ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਆ। ਇਨ ਦੀ ਅਰਲੀਅਰ ਟਾਈਮ ਦੀ ਮੈਨ ਨੀਡਸ ਵਰ ਦੀ ਲਿਮਿਟਡ ਬਟ ਨਾਓ ਡੇਜ਼ ਆਫ ਟੂ ਦੀ ਨੀਡਸ ਆ ਹੈਵ ਇਨਕਰੀਜ਼, ਸੋ ਇਟ ਇਜ਼ ਡਿਪੈਂਡ ਅਪੋਨ ਟੂ ਦੀਆਂ ਮੈਨੀ ਰਿਸੋਰਸਿਸ। ਵੀ ਜਿਹੜੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੰਦੇ ਨੇ ਉਹਨਾਂ ਦੀ ਜ਼ਰੂਰਤਾਂ ਜਿਹੜੀਆਂ ਨੇ ਉਹ ਲਿਮਿਟਡ ਨੇ, ਬਟ ਜਿਵੇਂ ਜਿਵੇਂ ਉਹਦੀਆਂ ਹੁਣ ਜਿਹੜੇ ਡੇਜ਼ ਸੀਗੇ ਅਰਲੀਅਰ ਟਾਈਮ ਯਾਨੀ ਕਿ ਸ਼ੁਰੂ ਦੇ ਟਾਈਮ ਦੇ ਵਿੱਚ ਬੰਦੇ ਦੀ ਜ਼ਰੂਰਤਾਂ ਲਿਮਿਟਡ ਸੀਗੀਆਂ, ਬਟ ਹੁਣ ਜਿਵੇਂ ਜਿਵੇਂ ਸਾਡਾ ਗਰੋਥ ਹੋਈ ਜਾ ਰਿਹਾ ਉਸੇ ਤਰੀਕੇ ਨਾਲ ਸਾਡੀ ਜਿਹੜੀ ਰਿਸੋਰਸ ਦੀ ਡਿਮਾਂਡ ਆ ਉਹ ਵਧਣੀ ਸ਼ੁਰੂ ਹੋ ਚੁੱਕੀ ਆ। ਤਾਂ ਕਰਕੇ ਅਸੀਂ ਹੁਣ ਜ਼ਿਆਦਾਤਰ ਜਿਹੜਾ ਵਾ ਰਿਸੋਰਸਿਸ ਉੱਤੇ ਡਿਪੈਂਡੈਂਟ ਰਹਿੰਦੇ ਆ। ਉਸ ਤੋਂ ਬਾਅਦ ਹੈ ਐਗਜ਼ਾਮਪਲ ਆਫ ਵਿਦ ਦੀ ਪ੍ਰੋਪਰ ਯੂਜ਼ ਆਫ ਦੀ ਰਿਸੋਰਸ ਇਨ ਦੀ ਰੀਅਲ ਡਿਵੈਲਪਮੈਂਟ ਆਫ ਦੀ ਰਿਸੋਰਸਿਸ। ਕਿਹੜੇ ਅਜਿਹੀਆਂ ਪ੍ਰੋਪਰ ਐਗਜ਼ਾਮਪਲ ਦੇਣੀਆਂ ਜਿਹਦੇ ਨਾਲ ਅਸੀਂ ਦੱਸ ਸਕਦੇ ਹਾਂ ਵੀ ਸਾਡੇ ਰਿਸੋਰਸ ਦੀ ਜਿਹੜੀ ਡਿਵੈਲਪਮੈਂਟ ਆ ਉਹ ਬਹੁਤ ਵਧੀਆ ਹੋਈ ਆ। ਆਂਸਰ ਹੈ ਬਿਫੋਰ ਟੂ ਦੀ ਇਨਵੈਂਸ਼ਨ ਆਫ ਦੀ ਕੋਲ, ਪੈਟਰੋਲੀਅਮ ਐਂਡ ਐਰੋਪਲੇਨ the man was not to be aware to the aluminum due to the utility of the aluminum it is used is increased, so we can say that the proper use of to the led to the development of resources। ਵੀ ਪਹਿਲਾਂ ਜਿਹੜਾ ਸੀਗਾ ਜਦੋਂ ਕੋਲੇ ਤੇ ਪੈਟਰੋਲੀਅਮ ਦਾ ਜਾਂ ਐਰੋਪਲੇਨ ਦੀ ਖੋਜ ਨਹੀਂ ਹੋਈ ਸੀ ਤਾਂ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਵੀ ਐਲੂਮੀਨੀਅਮ ਕਿਸ ਤਰੀਕੇ ਨਾਲ ਯੂਜ਼ ਕਰਨਾ ਵਾ। ਤਾਂ ਹੁਣ ਜਿਹੜੀ ਇਹਦੀ ਐਲੂਮੀਨੀਅਮ ਦੀ ਯੂਟਿਲਿਟੀ ਆ ਉਹ ਹੁਣ ਇਨਕਰੀਜ਼ਡ ਹੋਈ ਆ। ਤਾਂ ਕਰਕੇ ਜਿਸ ਤਰੀਕੇ ਨਾਲ ਜਿਵੇਂ ਸਾਨੂੰ ਪਤਾ ਲੱਗਿਆ ਵੀ ਐਲੂਮੀਨੀਅਮ ਦਾ ਯੂਜ਼ ਸਾਨੂੰ ਬਹੁਤ ਵਧੀਆ ਯੂਜ਼ ਲਈ ਕੀਤਾ ਜਾ ਸਕਦਾ, ਤਾਂ ਇਸ ਤਰੀਕੇ ਨਾਲ ਜਿਹੜਾ ਰਿਸੋਰਸ ਦੀ ਡਿਵੈਲਪਮੈਂਟ ਆ ਉਹ ਵੀ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਹੈ ਫੋਰ ਬੇਸਿਸ ਆਫ ਦੀ ਕਲਾਸੀਫਿਕੇਸ਼ਨ ਆਫ ਦੀ ਰਿਸੋਰਸ। ਰਿਸੋਰਸ ਨੂੰ ਕਿਹੜੇ 4 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ? ਲਾਈਫ, ਅਚੀਵਮੈਂਟ, ਸਟੇਜ ਆਫ ਡਿਵੈਲਪਮੈਂਟ ਐਂਡ ਯੂਜ਼। ਇਹਨਾਂ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਕਲਾਸ ਆ ਜਾਂ ਰਿਸੋਰਸ ਆ ਉਹਨੂੰ ਵੰਡ ਸਕਦੇ ਹਾਂ। ਉਸ ਤੋਂ ਬਾਅਦ ਹੈ ਵਿਚ ਆਫ ਦੀ ਰਿਸੋਰਸ ਇਜ਼ ਮੋਸਟਲੀ ਓਬਟੇਨ ਫਰੋਮ ਟੂ ਦੀ ਫੂਡ ਰਿਸੋਰਸਿਸ। ਕਿਹਨਾਂ ਨੂੰ ਅਸੀਂ ਫੂਡ ਰਿਸੋਰਸਿਸ ਦੇ ਥਰੂ ਵਰਤੇ ਜਾ ਸਕਦੇ ਹਾਂ ਜਾਂ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਹੈ ਵੀ ਜਿਹੜਾ ਸਾਡਾ ਫੂਡ ਰਿਸੋਰਸ ਆ ਉਹ ਜ਼ਿਆਦਾਤਰ ਐਗਰੀਕਲਚਰ ਦੇ ਉੱਤੇ ਇੱਥੇ ਮੋਸਟ ਹੋਣਾ ਸੀਗਾ, ਸਪੈਲ ਮਿਸਟੇਕ ਹੋ ਗਿਆ ਵੀ ਜਿਹੜਾ ਮੋਸਟ ਇੰਪੋਰਟੈਂਟ ਰਿਸੋਰਸ ਆ। ਅਤੇ ਇਸ ਕਰਕੇ ਜਿਹੜਾ ਸਾਡਾ ਫੂਡ ਆ ਉਹ ਜ਼ਿਆਦਾਤਰ 85% ਜਿਹੜਾ ਰਿਸੋਰਸ ਆ ਉਹ ਐਗਰੀਕਲਚਰ ਦੇ ਉੱਤੇ ਹੀ ਡਿਪੈਂਡ ਕਰਦਾ ਵਾ। ਉਸ ਤੋਂ ਬਾਅਦ ਹੈ ਬਾਏ ਦੀ ਕੋਲ ਐਂਡ ਪੈਟਰੋਲੀਅਮ ਇਜ਼ ਆਰ ਬਾਇਓਟਿਕ ਰਿਸੋਰਸਿਸ। ਵੀ ਜਿਹੜੇ ਕੋਲਾ ਅਤੇ ਪੈਟਰੋਲੀਅਮ ਨੇ ਉਹਨੂੰ ਬਾਇਓਟਿਕ ਰਿਸੋਰਸਿਸ ਕਿਉਂ ਕਿਹਾ ਗਿਆ ਵਾ? ਕੋਲਾ ਅਤੇ ਪੈਟਰੋਲੀਅਮ ਜਿਹੜੇ ਨੇ ਉਹ ਫਾਰਮਡ ਹੋਏ ਨੇ ਐਗਰਮ ਅਤੇ ਲਿਵਿੰਗ ਪਲੈਨਟਸ, ਜਿਹੜੇ ਲਿਵਿੰਗ ਪਲਾਂਟਸ ਸੀਗੇ ਅਤੇ ਐਨੀਮਲ ਸੀਗੇ ਉਹਨਾਂ ਦੇ ਕਰਕੇ ਇਹ ਬਣੇ, ਤਾਂ ਕਰਕੇ ਇਸ ਨੂੰ ਕੀ ਕਿਹਾ ਜਾਂਦਾ? ਬਾਇਓਟਿਕ ਰਿਸੋਰਸ ਦੇ ਵਿੱਚ ਪਾਇਆ ਜਾਂਦਾ। ਹੁਣ ਆਈ ਹੋਪ ਤੁਹਾਨੂੰ ਕਨਫਿਊਜ਼ਨ ਕਲੀਅਰ ਹੋ ਗਏ ਨੇ ਇਹਨੂੰ ਬਾਇਓਟਿਕ ਰਿਸੋਰਸ ਦੇ ਵਿੱਚ ਕਿਉਂ ਲਿਆ ਗਿਆ, ਕਿਉਂਕਿ ਇਹ ਤਾਂ ਲਿਵਿੰਗ ਆਰਗੈਨਿਜ਼ਮ ਨੇ। ਕੋਲਾ ਅਤੇ ਪੈਟਰੋਲੀਅਮ ਇਹ ਲਿਵਿੰਗ ਆਰਗੈਨਿਜ਼ਮ ਨਹੀਂ ਹੈਗੇ, ਬਟ ਇਹ ਜਿਹੜੇ ਫਾਰਮਡ ਹੋਏ ਨੇ ਉਹ ਕਿਸ ਤਰੀਕੇ ਨਾਲ ਹੋਏ ਨੇ? ਲਿਵਿੰਗ ਆਰਗੈਨਿਜ਼ਮ ਦੇ ਕਰਕੇ ਹੋਏ ਨੇ। ਜਿਵੇਂ ਸਾਡੇ ਜਿਹੜੇ ਲਿਵਿੰਗ ਪਲਾਂਟਸ ਸੀਗੇ ਜਾਂ ਐਨੀਮਲ ਸੀਗੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਕੀ ਹੋ ਗਏ? ਦਬ ਕੁਚ ਗਿਆ, ਤਾਂ ਕਰਕੇ ਇਹ ਕੋਲਾ ਅਤੇ ਪੈਟਰੋਲੀਅਮ ਬਣ ਕੇ ਤਿਆਰ ਹੋ ਗਏ। ਉਸ ਤੋਂ ਬਾਅਦ ਹੈ ਹਾਊ ਕੈਨ ਟੂ ਬੀ ਯੂ ਐਕਸੈਸ ਦੀ ਐਜ਼ ਅ ਕੰਟਰੀ ਆਫ ਐਜ਼ ਅ ਰਿਚ ਕੰਟਰੀ। ਕਿਸ ਤਰੀਕੇ ਨਾਲ ਤੁਸੀਂ ਜਿਹੜੀ ਕੰਟਰੀ ਆ ਉਹਨੂੰ ਇੱਕ ਅਮੀਰ ਕੰਟਰੀ ਕਹਿ ਸਕਦੇ ਹੋ? ਵੀ ਜਿਹੜੀ ਕੰਟਰੀ ਕੋਲ ਰਿਸੋਰਸਾਂ ਦਾ ਭੰਡਾਰ ਹੋ ਜਾਂ ਉਹਦੇ ਕੋਲ ਬਹੁਤ ਸਾਰੇ ਰਿਸੋਰਸ ਹੋਣਗੇ ਤਾਂ ਉਹ ਮੋਰ ਡਿਵੈਲਪ ਕਰ ਸਕਦੀ ਹੈ ਉਸ ਰਿਸੋਰਸ ਦੇ ਕਰਕੇ, ਤਾਂ ਕਰਕੇ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ? ਉਹ ਕੰਟਰੀ ਨੂੰ ਰਿਚਰ ਕੰਟਰੀ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਵਾਈ ਆਰ ਦੀ ਫਰਟਾਈਲ ਸੋਇਲ ਇਜ਼ ਏਰੀਆ ਡੈਂਸ ਟੂ ਦੀ ਪੀਪਲਸ ਆਫ ਦੀ ਲਾਰਜ ਇਕਨੋਮਿਕ ਐਕਟੀਵਿਟੀ। ਹੁਣ ਇੱਥੇ ਲਾਰਜ ਇਕੋਨਮੀ ਆਉਣਾ ਸੀਗਾ ਵੀ ਲਾਰਜ ਇਕੋਨਮਿਕ ਐਕਟੀਵਿਟੀ ਦੇ ਵਿੱਚ ਕਿਉਂ ਪਾਇਆ ਜਾਂਦਾ ਵਾ? ਵੀ ਜਿਹੜੀ ਫਰਟਾਈਲ ਸੋਇਲ ਸੀਗੀ ਉਹ ਸਾਨੂੰ ਹੈਲਪ ਕਰਦੀ ਹੈ ਬਹੁਤ ਸਾਰੀਆਂ ਫਸਲਾਂ ਉਗਾਉਣ ਦੇ ਵਿੱਚ। ਤਾਂ ਇਸ ਤਰੀਕੇ ਨਾਲ ਜਿਹੜੀ ਸਾਡੀ ਮਿੱਟੀ ਆ ਉਹ ਐਗਰੀਕਲਚਰ ਨੂੰ ਡਿਵੈਲਪ ਕਰਦੀ ਆ। ਤਾਂ ਇਸ ਕਰਕੇ ਉੱਥੇ ਬਹੁਤ ਸਾਰੀਆਂ ਫਸਲਾਂ ਉਗ ਜਾਂਦੀਆਂ ਨੇ ਜਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉਗ ਸਕਦੀਆਂ ਨੇ, ਤਾਂ ਕਰਕੇ ਉੱਥੇ ਜਿਹੜੀ ਪਾਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਵਾ ਅਤੇ ਉੱਥੇ ਇਕਨੋਮਿਕ ਐਕਟੀਵਿਟੀ ਵੀ ਬਹੁਤ ਜ਼ਿਆਦਾ ਹੁੰਦੀ ਆ। ਉਸ ਤੋਂ ਬਾਅਦ ਹੈ ਔਨ ਵਟ ਦੀ ਫੈਕਟਰ ਡਜ਼ ਦੀ ਲੈਂਡ ਯੂਜ਼ ਡਿਪੈਂਡ। ਵੀ ਲੈਂਡ ਯੂਜ਼ ਕਿਸ ਚੀਜ਼ ਲਈ ਡਿਪੈਂਡ ਕਰਦੀ ਆ? ਲੈਂਡ ਨੂੰ ਅਸੀਂ ਡਿਪੈਂਡ ਕਰਦੇ ਹਾਂ ਉਹਦੀ ਰੀਲੀਫ, ਸਲੋਪਸ ਅਤੇ ਸਿਲਸ ਅਤੇ ਡਰੇਨੇਜ ਅਤੇ ਹਿਊਮਨ ਨੀਡਸ ਦੇ ਅਕੋਰਡਿੰਗ। ਵੀ ਜਾਣੀ ਕਿ ਜਿਹੜੀ ਇੱਕ ਲੈਂਡ ਆ ਉਹ ਉਹਦੀ ਧਰਾਤਲ ਦੇ ਅਕੋਰਡਿੰਗ, ਉਹਦੀ ਸਲੋਪ ਦੇ ਅਕੋਰਡਿੰਗ, ਉਹਦੇ ਡਰੇਨੇਜ ਯਾਨੀ ਕਿ ਉਹ ਤੋਂ ਜਿਹੜੀਆਂ ਹੋਰ ਝਰਨੇ ਨਿਕਲਦੇ ਨੇ, ਜਾਂ ਹਿਊਮਨ ਨੀਡਸ ਦੇ ਅਕੋਰਡਿੰਗ ਅਸੀਂ ਇਹਨੂੰ ਜਿਹੜੀ ਲੈਂਡ ਆ ਉਹਨੂੰ ਵਰਤਦੇ ਹਾਂ। ਉਸ ਤੋਂ ਬਾਅਦ ਹੈ ਵਟ ਆਰ ਦੀ ਹਿਊਮਨ ਰਿਸੋਰਸ। ਬੰਦਿਆਂ ਵਾਲਾ ਰਿਸੋਰਸ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅੱਜ ਦੀ ਡੇਟ ਦੇ ਵਿੱਚ। ਜੋ ਅਸੀਂ ਮਾਰਕੀਟ ਦੇ ਵਿੱਚ ਗੱਲ ਕਰੀਏ ਤਾਂ ਹਿਊਮਨ ਰਿਸੋਰਸ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਬਣ ਚੁੱਕੀ ਆ। ਦੇਖੋ ਹਿਊਮਨ ਮੇਡਸ ਜਿਹੜੇ ਰਿਸੋਰਸ ਹੁੰਦੇ ਜਿਵੇਂ ਮਸ਼ੀਨਰੀ ਹੋ ਗਈ, ਟਰਾਂਸਪੋਰਟੇਸ਼ਨ ਹੋ ਗਈ, ਇੰਡਸਟਰੀ ਹੋ ਗਈ, ਹਿਊਮਨ ਇੰਟੈਲੀਜੈਂਸੀ ਹੋ ਗਈ, ਨੌਲੇਜ ਹੋ ਗਈ, ਐਫੀਸ਼ੀਐਂਸੀ ਹੋ ਗਈ, ਇਹ ਟਰਮਸ ਕੀ ਨੇ? ਹਿਊਮਨ ਰਿਸੋਰਸ ਦੇ ਵਿੱਚ ਆਉਂਦੀ ਆ। ਕਿਉਂਕਿ ਇਹੀ ਚੀਜ਼ਾਂ ਨੂੰ ਯੂਜ਼ ਕਰਕੇ ਅੱਜ ਕੱਲ੍ਹ ਅਸੀਂ ਜੋ ਮਰਜ਼ੀ ਚੀਜ਼ਾਂ ਕਰ ਸਕਦੇ ਹਾਂ। ਜੇਕਰ ਸਾਡੇ ਕੋਲ ਹਿਊਮਨ ਰਿਸੋਰਸ ਬਹੁਤ ਵਧੀਆ ਕੁਆਲਿਟੀ ਦਾ ਵਾ ਤਾਂ ਅਸੀਂ ਆਪਣੀ ਲਾਈਫ ਦੇ ਵਿੱਚ ਜਾਂ ਆਪਣੀ ਕੰਟਰੀ ਨੂੰ ਜਿਸ ਤਰੀਕੇ ਨਾਲ ਮਰਜ਼ੀ ਹੀ ਉਹਨੂੰ ਡਿਵੈਲਪ ਕਰ ਸਕਦੇ ਹਾਂ। ਤਾਂ ਇਸ ਕਰਕੇ ਅੱਜ ਦਾ ਸਭ ਤੋਂ ਵੱਧ ਇੰਪੋਰਟੈਂਟ ਰਿਸੋਰਸ ਕਿਹੜਾ ਬਣ ਚੁੱਕਿਆ ਵਾ? ਹਿਊਮਨ ਰਿਸੋਰਸ ਬਣ ਚੁੱਕਿਆ ਵਾ। ਉਸ ਤੋਂ ਬਾਅਦ ਹੈ ਕਨਸੈਪਟ ਆਫ ਦੀ ਰਿਸੋਰਸ ਇਜ਼ ਚੇਂਜ ਬਾਏ। ਵੀ ਜਿਹੜਾ ਹੁਣ ਰਿਸੋਰਸ ਦਾ ਇੱਕ ਨਜ਼ਰੀਆ ਸੀ ਜਾਂ ਉਹਦਾ ਇੱਕ ਪੁਆਇੰਟ ਆਫ ਵਿਊ ਸੀ ਉਹਨੂੰ ਚੇਂਜ ਕੀਤਾ ਗਿਆ ਕਿਉਂ? ਜਿਹੜਾ ਕਨਸੈਪਟ ਆਫ ਰੈਵਨਿਊ ਸੀਗਾ ਇਹ ਚੇਂਜ ਹੋ ਚੁੱਕਿਆ ਵਾ ਕਿਉਂਕਿ ਇਹ ਐਕਸਪੈਂਡ ਹੋ ਚੁੱਕਿਆ ਵਾ। ਕਿਉਂਕਿ ਜਿਸ ਤਰੀਕੇ ਨਾਲ ਸਾਡੀ ਨੌਲੇਜ ਅਤੇ ਟੈਕਨੋਲੋਜੀ ਵੱਧ ਰਹੀ ਆ ਤਾਂ ਉਸ ਤਰੀਕੇ ਨਾਲ ਸਾਡੇ ਜਿਹੜੇ ਰਿਸੋਰਸ ਦੇ ਮੀਨਿੰਗਸ ਨੇ ਜਾਂ ਰਿਸੋਰਸ ਦੇ ਯੂਜ਼ ਨੇ ਉਹ ਵੀ ਸਾਰੇ ਡਿਫਰੈਂਟ ਹੋਣੇ ਸ਼ੁਰੂ ਹੋ ਗਏ ਨੇ।
ਨੇਮ ਆਫ ਦੀਆਂ ਇੰਪੋਰਟੈਂਟ ਟਾਈਪਸ ਆਫ ਸੋਇਲ, ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਵੀ ਸਾਡੇ ਕੋਲ ਕਿੰਨੇ ਤਰ੍ਹਾਂ ਦੀਆਂ ਸੋਇਲ ਮਿਲਦੀਆਂ, ਜਿਵੇਂ ਸੈਂਡੀ ਸੋਇਲ, ਕਲੇਵੀ ਸੋਇਲ, ਲੇਮੀਨ ਸੋਇਲ, ਐਲਵਲ ਸੋਇਲ, ਰੈੱਡ ਸੋਇਲ, ਬਲੈਕ ਸੋਇਲ। ਇਹ ਜਿਹੜੀਆਂ ਸੋਇਲਸ ਨੇ ਇਹ ਤੁਸੀਂ ਯਾਦ ਰੱਖਣੀਆਂ ਨੇ। ਤੁਹਾਨੂੰ ਪੁੱਛ ਵੀ ਸਕਦਾ, ਇੱਕ ਕੁਐਸਚਨ ਆ ਸਕਦਾ ਵੀ ਕਿੰਨੇ ਸੋਇਲਸ ਹੁੰਦੀਆਂ ਨੇ, ਤਾਂ ਸਾਡੇ ਕੋਲ ਕਿੰਨੀਆਂ ਸੋਇਲਸ ਨੇ, 6 ਸੋਇਲਸ ਨੇ। ਇਹ ਯਾਦ ਰੱਖਣੇ ਆ, ਸਾਡੇ ਕੋਲ 6 ਸੋਇਲਸ ਨੇ ਅਤੇ 3 ਰਿਸੋਰਸਿਸ ਨੂੰ ਵੰਡਿਆ ਜਾਂਦਾ ਵਾ। ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ ਆਫ ਦੀ ਰਿਸੋਰਸਿਸ ਔਨ ਦੀ ਬੇਸਿਸ ਆਫ ਰਿਸੋਰਸ ਔਰੀਜਨ, ਵੀ ਜਿੱਥੋਂ ਉਹ ਚੀਜ਼ ਬਣ ਕੇ ਨਿਕਲਦੀ ਆ ਤਾਂ ਉਸ ਅਕੋਰਡਿੰਗ ਅਸੀਂ ਰਿਸੋਰਸ ਕਿਵੇਂ ਬਣ ਸਕਦੇ ਹਾਂ, ਉਹਦੇ ਔਰੀਜਨ ਦੇ ਅਕੋਰਡਿੰਗ ਕਿੱਥੋਂ ਬਣਿਆ, ਉਹ ਰਿਸੋਰਸ ਕੀ ਆ, ਬਾਇਓਟਿਕ ਆ ਜਾਂ ਐਬੋਟਿਕ ਆ। ਫੋਰ ਐਗਜ਼ਾਮਪਲ ਜਿਵੇਂ ਐਨੀਮਲਸ, ਪਲਾਂਟਸ, ਰੌਕਸ, ਮਿਨਰਲਸ, ਸੋਇਲਸ ਐਕਸੈਕਟਰਾ, ਇਹ ਸਾਰੀਆਂ ਕੀ ਨੇ, ਇਹਦੇ ਅਕੋਰਡਿੰਗ ਅਸੀਂ ਕੀ ਆ ਇੱਕ ਰਿਸੋਰਸ ਨੂੰ ਬਣ ਸਕਦੇ ਹਾਂ। ਉਹਦਾ ਦੇਖਣਾ ਵੀ ਉਹ ਕਿੱਥੋਂ ਬਣੀ, ਉਹ ਰਿਸੋਰਸ ਕੀ ਨੇ, ਬਾਇਓਟਿਕ ਨੇ, ਲਿਵਿੰਗ ਨੇ, ਨਾਨ ਲਿਵਿੰਗ ਨੇ, ਅਤੇ ਇਸ ਤਰੀਕੇ ਨਾਲ ਅਸੀਂ ਉਹਨੂੰ ਰਿਸੋਰਸਾਂ ਨੂੰ ਬਣ ਸਕਦੇ ਹਾਂ। ਉਸ ਤੋਂ ਬਾਅਦ ਹੈ ਹਾਊ ਕੈਨ ਯੂ ਵੀ ਕੰਜ਼ਰਵ ਦੀ ਰਿਸੋਰਸ, ਤੁਸੀਂ ਰਿਸੋਰਸ ਨੂੰ ਕਿਵੇਂ ਬਚਾ ਸਕਦੇ ਹੋ। ਜਿਹੜੇ ਰਿਸੋਰਸ ਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ ਉਹਦੀਆਂ ਕੰਜ਼ੰਪਸ਼ਨ ਨੂੰ, ਜਾਂ ਫਿਰ ਉਹਨੂੰ ਕੀ ਕਰ ਸਕਦੇ ਹਾਂ, ਰੀਸਾਈਕਲਿੰਗ ਕਰ ਸਕਦੇ ਹਾਂ, ਜਾਂ ਉਹਨੂੰ ਰੀਯੂਜ਼ਿੰਗ ਥਿੰਗਸ ਕਰਕੇ ਅਸੀਂ ਜਿਹੜੇ ਰਿਸੋਰਸ ਨੂੰ ਆ ਉਹਨੂੰ ਕੰਜ਼ਰਵ ਕਰ ਸਕਦੇ ਹਾਂ, ਬਚਾ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਲਈ, ਤਾਂ ਜੋ ਕੀ ਆ ਵੀ ਉਹ ਰਿਸੋਰਸਾਂ ਨੂੰ ਵਧੀਆ ਢੰਗ ਨਾਲ ਵਰਤਿਆ ਜਾ ਸਕੇ। ਉਸ ਤੋਂ ਬਾਅਦ ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ, ਵਟ ਇਜ਼ ਦੀ ਟੈਕਨੋਲੋਜੀ। ਹੁਣ ਸੋਚਿਆ ਜਾਵੇ ਵੀ ਟੈਕਨੋਲੋਜੀ ਹੁੰਦੀ ਕੀ ਆ, ਵੀ ਇਹ ਟੈਕਨੋਲੋਜੀ ਕੀ ਹੈ, ਇੱਕ ਬੰਦੇ ਦੁਆਰਾ ਬਣਾਈ ਗਈ ਚੀਜ਼ ਆ, ਯਾਨੀ ਕਿ ਹਿਊਮਨ ਮੇਡ ਇੱਕ ਚੀਜ਼ ਆ, ਜਿਹਦੇ ਵਿੱਚ ਐਪਲੀਕੇਸ਼ਨ ਲਾਈਆਂ ਜਾਂਦੀਆਂ ਨੇ ਲੇਟੈਸਟ ਨੌਲੇਜ ਦੀਆਂ, ਸਕਿੱਲਸ ਦੀਆਂ, ਅਤੇ ਉਹਨੂੰ ਵਧੀਆ ਚੀਜ਼ ਕਰਨ ਦੇ ਲਈ ਉਹ ਬਣਾਈਆਂ ਜਾਂਦੀਆਂ। ਜਿਵੇਂ ਫੋਰ ਐਗਜ਼ਾਮਪਲ ਸੈੱਲਫੋਨ ਨੇ, ਮੋਬਾਈਲ ਫੋਨ ਨੇ। ਅੱਜ ਦੀ ਡੇਟ ਦੇ ਵਿੱਚ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਉੱਥੇ ਕੀ ਸੀਗੇ, ਕੀਪੈਡ ਵਾਲੇ ਸੈੱਲਫੋਨ ਚੱਲਦੇ ਸੀਗੇ। ਦੈਨ ਹੁਣ ਕੀ ਆ, ਹੁਣ ਟੱਚ ਸਕਰੀਨ ਆ ਰਹੀ ਆ, ਬਹੁਤ ਸਾਰੇ ਫੀਚਰਸ ਨਿਊ ਆ ਰਹੇ ਨੇ, ਕੈਮਰਾਸ ਨਿਊ ਆ ਰਹੇ ਨੇ, ਸਭ ਚੀਜ਼ਾਂ ਹੁਣ ਜਿਹੜੀਆਂ ਨੇ ਉਹ ਚੇਂਜ ਹੋ ਚੁੱਕੀਆਂ ਨੇ। ਇਹ ਸਾਰੀਆਂ ਚੀਜ਼ਾਂ ਕਿਸ ਤਰੀਕੇ ਨਾਲ ਸਾਡੀ ਨੌਲੇਜ ਦੇ ਨਾਲ ਅਤੇ ਸਾਡੀ ਸਕਿੱਲਸ ਦੇ ਨਾਲ ਇੰਪਰੂਵ ਹੋ ਰਹੀਆਂ ਨੇ, ਤਾਂ ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ, ਟੈਕਨੋਲੋਜੀ ਕਿਹਾ ਜਾਂਦਾ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਬਹੁਤ ਸਾਰੀਆਂ ਚੀਜ਼ਾਂ ਅਸੀਂ ਇੰਟਰਸਟਿੰਗ ਸਿੱਖੀਆਂ, ਬਾਇਓਟਿਕ, ਐਬੋਟਿਕ ਰਿਸੋਰਸਿਸ, ਹਿਊਮਨ ਮੇਡ ਰਿਸੋਰਸਿਸ, ਹਿਊਮਨ ਰਿਸੋਰਸ ਕੀ ਹੁੰਦੇ ਆ, ਵਟ ਯੂ ਹਿਊਮਨ ਕੈਪੀਟਲਸ, ਇਹ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ। ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਸੈਸ਼ਨ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ, ਅਤੇ ਇਸੇ ਤਰੀਕੇ ਨਾਲ ਅਸੀਂ ਰਿਵੀਜ਼ਨ ਸੈਸ਼ਨ ਜਿਹੜੇ ਉਹ ਚਲਾਉਂਦੇ ਰਹਾਂਗੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।